ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੰਜਾਬੀ ਧੁਨੀਆਂ ਬਾਰੇ ਪੜ੍ਹਨਾ ਹੈ, ਪੰਜਾਬੀ ਧੁਨੀਆਂ ਬਾਰੇ ਚਰਚਾ ਕਰਨੀ ਹੈ। ਤਾਂ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚੋਂ ਇੱਕ ਸਵਾਲ ਆ ਜਾਣਾ ਹੈ, ਠੀਕ ਹੈ, ਕਿਉਂਕਿ ਪਹਿਲਾਂ ਵੀ ETT ਸੈਕੰਡ ਪੇਪਰ ਦੇ ਵਿੱਚ ਅਸੀਂ ਦੇਖਿਆ ਕਿ ਧੁਨੀ ਇੱਕ ਪੁੱਛੀ ਗਈ ਸੀ। ਹੋਰ ਵੀ ਬਾਕੀ ਦੇ ਵੀ ਜਿੰਨੇ ਵੀ ਪੰਜਾਬੀ ਦੇ ਪੇਪਰ ਸਾਰਿਆਂ 'ਚ ਧੁਨੀ ਬੋਧ ਤਾਂ ਆਉਂਦਾ ਹੀ ਆ, ਠੀਕ ਹੈ ਨਾ, ਟੌਪਿਕ ਤਾਂ ਹੁੰਦਾ ਹੀ ਆ। ਧੁਨੀ ਬੋਧ ਦੇ ਅੰਤਰਗਤ ਅਸੀਂ ਇਹ ਚੀਜ਼ਾਂ ਜਿਹੜੀਆਂ ਪੜ੍ਹਨੀਆਂ ਹੈ ਔਰ ਪੰਜਾਬੀ ਵਰਨਮਾਲਾ ਦਾ ਪੂਰਾ ਸਮਝਣਾ ਹੈ, ਠੀਕ ਹੈ। ਕਿਹੜੀ ਧੁਨੀ ਕਿਸ ਤਰ੍ਹਾਂ ਉਚਾਰੀ ਜਾਂਦੀ ਹੈ, ਸਵਰ ਕਿਵੇਂ ਆ, ਉਹਨਾਂ ਦੀ ਸਾਰੀ ਵੰਡ ਕਿਵੇਂ ਹੁੰਦੀ ਆ, ਠੀਕ ਹੈ। ਤਾਂ ETT ਸਾਇੰਸ ਵਾਲੇ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਆ, ਤਾਂ ਉਹਨਾਂ ਦੇ ਲਈ ਇਹ ਜਿਹੜੀ ਆ ਵੀਡੀਓ ਮਦਦਗਾਰ ਸਿੱਧ ਹੋਵੇਗੀ। ਤਾਂ ਤੁਸੀਂ ਇਸ ਧਿਆਨ ਦੇ ਨਾਲ ਸੁਣਨਾ। ਪਹਿਲਾਂ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਭਾਸ਼ਾ ਦੀਆਂ ਧੁਨੀਆਂ, ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ, ਇੱਕ ਖੰਡੀ ਧੁਨੀਆਂ ਤੇ ਇੱਕ ਪਾਰਖੰਡੀ ਧੁਨੀਆਂ, ਠੀਕ ਹੈ। ਪਾਰਖੰਡੀ ਮਤਲਬ ਅਖੰਡੀ ਧੁਨੀਆਂ ਵੀ ਕਹਿ ਦਿੱਤਾ ਜਾਂਦਾ ਹੈ। ਤਾਂ ਇਹਨਾਂ ਦਾ ਪਹਿਲਾਂ ਦੇਖ ਲਈਏ ਪਰਿਭਾਸ਼ਾ। ਖੰਡੀ ਧੁਨੀਆਂ ਦੇਖੋ ਬਈ, ਖੰਡੀ ਧੁਨੀਆਂ ਜਿਹੜੀਆਂ ਸ਼ਬਦਾਂ ਵਿੱਚ ਸੁਤੰਤਰ ਤੌਰ 'ਤੇ ਵਿਚਰ ਸਕਦੀਆਂ, ਮਤਲਬ ਜਿਨ੍ਹਾਂ ਦੀ ਸੁਤੰਤਰ ਹੋਂਦ ਆ, ਇਹਨਾਂ ਨੂੰ ਅਸੀਂ ਖੰਡ ਬਣਾ, ਇਹਨਾਂ ਦੇ ਖੰਡ ਵੀ ਕਰਦੀ ਹੈ, ਇਹਨਾਂ ਦੀਆਂ ਇਕਾਈਆਂ ਵੀ ਕਰਦੀ ਹੈ, ਤਾਂ ਵੀ ਇਹਨਾਂ ਨੂੰ ਅਸੀਂ ਇਹਨਾਂ ਨੂੰ ਇਕੱਲਾ ਉਚਾਰ ਸਕਦੇ ਹਾਂ, ਠੀਕ ਹੈ। ਖੰਡੀ ਧੁਨੀਆਂ। ਅੱਗੇ ਹੈ ਵੀ ਪਾਰਖੰਡੀ ਧੁਨੀਆਂ। ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਵੀ ਖੰਡੀ ਧੁਨੀਆਂ ਤੋਂ ਬਿਨਾਂ, ਠੀਕ ਹੈ। ਇਹ ਉਹਨਾਂ ਦੇ ਨਾਲ ਲੱਗ ਕੇ ਚੱਲਦੀਆਂ ਨੇ, ਇਹਨਾਂ ਦੀ ਕੋਈ ਸੁਤੰਤਰ ਹੋਂਦ ਨਹੀਂ ਆ। ਇਹਦਾ ਭਾਵ ਇੱਥੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਸੁਤੰਤਰ ਧੁਨੀਆਂ ਨੇ ਇਹ ਜਿਹੜੀਆਂ ਅਖੰਡੀ ਧੁਨੀਆਂ ਨੇ ਇਹ ਸੁਤੰਤਰ ਤੌਰ 'ਤੇ ਨਹੀਂ ਵਿਚਰਦੀਆਂ। ਅੱਗੇ ਦੇਖੋ, ਹੁਣ ਜਿੱਥੇ ਮੇਨ ਦਿੱਕਤ ਆਉਂਦੀ ਆ, ਅਸੀਂ ਉਲਝ ਜਾਂਦੇ ਹਾਂ ਕਿ ਸਵਰ ਤੇ ਵਿਅੰਜਨ, ਖੰਡੀ ਤੇ ਖੰਡੀ, ਇਹ ਕੀ ਚੱਕਰ ਆ। ਸਭ ਤੋਂ ਪਹਿਲਾਂ ਇਹਨੂੰ ਜੜ ਤੋਂ ਸਮਝਣਾ। ਧੁਨੀਆਂ ਵਾ, ਠੀਕ ਹੈ, ਪੰਜਾਬੀ ਦੀ ਕੋਈ ਵੀ ਧੁਨੀ ਲਾ ਲਓ, ਇੱਥੇ ਅਸੀਂ ਸਵਰ ਵਿਅੰਜਨ ਦੀ ਨਹੀਂ ਗੱਲ ਕਰ ਰਹੇ, ਸਵਰ ਵਿਅੰਜਨ ਦੀ ਗੱਲ ਨਹੀਂ ਕਰ ਰਹੇ, ਸਿਰਫ ਧੁਨੀਆਂ ਦੀ ਗੱਲ ਕਰ ਰਹੇ। ਉਹਨੂੰ ਦੋ ਭਾਗਾਂ ਵਿੱਚ ਵੰਡਿਆ, ਖੰਡੀ ਤੇ ਅਖੰਡੀ। ਹੁਣ ਖੰਡੀ ਨੂੰ ਅਸੀਂ ਅੱਗੋਂ ਦੋ ਭਾਗਾਂ ਵਿੱਚ ਵੰਡਾਂਗੇ। ਕਿਹੜੇ ਕਿਹੜੇ ਭਾਗਾਂ 'ਚ? ਸਵਰ ਧੁਨੀਆਂ, ਠੀਕ ਹੈ, ਤੇ ਵਿਅੰਜਨ। ਇੰਗਲਿਸ਼ 'ਚ ਆਪਾਂ ਬੋਲਦੇ ਹਾਂ ਵਾਊਲਸ ਤੇ ਕੌਨਸੋਨੈਂਟ, ਠੀਕ ਹੈ। ਤੇ ਇੱਧਰ ਹੈਗਾ ਵਾ ਅਖੰਡੀ ਧੁਨੀਆਂ ਜਿਹੜੀਆਂ, ਇਹਨਾਂ ਨੂੰ ਅਸੀਂ ਤਿੰਨ ਭਾਗਾਂ 'ਚ ਵੰਡਦੇ ਹਾਂ, ਨਾਸਿਕਤਾ, ਬਲ ਤੇ ਸੁਰ, ਠੀਕ ਹੈ। ਹੁਣ ਇਹਨੂੰ ਮੇਨ ਸਮਝ ਲੈਣਾ। ਆਹ ਹੈਗੀਆਂ ਵਾ, ਪਹਿਲੀ ਗੱਲ ਤਾਂ ਇਹ ਹੈ ਕਿ ਸਵਰ ਤੇ ਵਿਅੰਜਨ ਦੋਨੋਂ ਖੰਡੀ ਧੁਨੀਆਂ ਨੇ। ਇਹਨਾਂ ਨੂੰ ਇੱਕ ਵਾਰੀ ਆਪਾਂ ਪੜ੍ਹ ਲਈਏ, ਇਹਨਾਂ ਦੀ ਡੈਫੀਨੇਸ਼ਨ ਵੀ ਥੋੜ੍ਹਾ ਜਿਹਾ ਸਮਝਣ 'ਚ ਆਸਾਨੀ ਹੋ ਜਾਂਦੀ ਆ। ਉਹ ਖੰਡੀ ਧੁਨੀਆਂ, ਸਵਰ ਵਾਲਾ ਦੇਖੋ ਪਹਿਲਾ ਪਾਸਾ, ਉਹ ਖੰਡੀ ਧੁਨੀਆਂ ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਡੇ ਫੇਫੜਿਆਂ ਵਿੱਚੋਂ ਬਾਹਰ ਨਿਕਲਦੀ ਹਵਾ ਬਿਨਾਂ ਰੁਕਾਵਟ ਦੇ ਬਾਹਰ ਆਉਂਦੀ ਹੈ। ਸਵਰ ਵਿੱਚ ਬਿਨਾਂ ਰੁਕਾਵਟ ਦੇ ਹਵਾ ਜਿਹੜੀ ਸਾਡੇ ਮੂੰਹ ਦੇ ਵਿੱਚੋਂ ਬਾਹਰ ਆਉਂਦੀ ਆ, ਠੀਕ ਹੈ, ਸਾਡੇ ਫੇਫੜਿਆਂ ਵਿੱਚੋਂ। ਤੇ ਵਿਅੰਜਨ ਦੇ ਵਿੱਚ ਕੀ ਰੁਕਾਵਟ ਪੈਦਾ ਹੁੰਦੀ ਹੈ, ਕਿਸੇ ਨਾ ਕਿਸੇ ਉਚਾਰਨ ਸਥਾਨ ਤੇ, ਮੂੰਹ ਪੋਲ ਦੇ ਕਿਸੇ ਨਾ ਕਿਸੇ ਹਿੱਸੇ ਤੇ ਜਾ ਕੇ ਜਿਹੜਾ ਹਵਾ ਆ ਥੋੜੀ ਰੁਕ ਕੇ ਬਾਹਰ ਆਉਂਦੀ ਆ, ਤਾਂ ਉਹਨਾਂ ਨੂੰ ਉਹ ਧੁਨੀਆਂ ਜਿਹੜੀਆਂ ਨੇ ਵਿਅੰਜਨ ਧੁਨੀਆਂ ਹੁੰਦੀਆਂ ਆ। ਇਹ ਸਾਰੇ ਜਾਣ ਰਹੀ ਆ। ਆਹ ਦੇਖੋ ਅੱਗੇ ਸਵਰ ਕਿੰਨੇ ਹੁੰਦੇ ਆ? 3, ਊੜਾ ਐੜਾ ਈੜੀ, ਇਹ ਸਭ ਨੂੰ ਪਤਾ ਹੀ ਆ। ਅੱਗੇ ਦੇਖੋ ਸਵਰ ਧੁਨੀਆਂ, ਧਿਆਨ ਨਾਲ ਨੋਟ ਕਰ ਲੈਣਾ। ਸਵਰ ਧੁਨੀਆਂ 10 ਆ, ਠੀਕ ਹੈ। ਸਵਰ ਧੁਨੀਆਂ 10 ਆ, ਸਵਰ 3 ਆ, ਠੀਕ ਹੈ। ਦੇਖੋ ਸਵਰ ਧੁਨੀਆਂ ਕਿਹੜੀਆਂ ਕਿਹੜੀਆਂ ਵਾ? ਊ, ਓ, ਆ, ਐ, ਓ, ਈ, ਏ, ਠੀਕ ਹੈ। ਇਹ ਹੈ ਸਵਰ ਧੁਨੀਆਂ 10। ਹੁਣ ਅਸੀਂ ਸਵਰਾਂ ਦੀ ਵੰਡ ਬਾਰੇ ਪੜ੍ਹਨਾ ਹੈ, ਠੀਕ ਹੈ। ਇਹ ਤਾਂ ਪਤਾ ਲੱਗ ਗਿਆ। ਸਵਰਾਂ ਦੀ ਵੰਡ ਦੇਖੋ ਜੀਵ ਦੇ ਹਿਸਾਬ ਦੇ ਨਾਲ ਵੀ ਕੀਤੀ ਜਾਂਦੀ ਆ, ਠੀਕ ਹੈ, ਅਤੇ ਬੁੱਲਾਂ ਦੇ ਹਿਸਾਬ ਦੇ ਨਾਲ ਵੀ ਕੀਤੀ ਜਾਂਦੀ ਆ, ਤਾਂ ਫਿਰ ਮਾਤਰਾ ਦੇ ਆਧਾਰ 'ਤੇ ਵੀ ਕੀਤੀ ਜਾਂਦੀ ਹੈ। ਪਹਿਲਾਂ ਆਪਾਂ ਜੀਵ ਦੇ ਆਧਾਰ 'ਤੇ ਦੇਖਣਾ। ਦੇਖੋ ਅਗਲੇ ਸਵਰ, ਵਿਚਲੇ ਸਵਰ ਤੇ ਪਿਛਲੇ ਸਵਰ, ਮਤਲਬ ਇੱਥੇ ਦੇਖੋ ਪਹਿਲਾਂ ਪੜ੍ਹਦੇ ਹਾਂ ਆਪਾਂ। ਜਿਨ੍ਹਾਂ ਸਵਰ ਧੁਨੀਆਂ ਦੇ ਉਚਾਰਨ ਸਮੇਂ ਜੀਵ ਦਾ ਅਗਲਾ ਹਿੱਸਾ ਕਾਰਜ, ਮਤਲਬ ਜੀਵ ਦਾ ਕਿਹੜਾ ਹਿੱਸਾ ਕਾਰਜਸ਼ੀਲ ਆ, ਉਸ ਆਧਾਰ 'ਤੇ ਸਵਰਾਂ ਨੂੰ 3 ਭਾਗਾਂ 'ਚ ਵੰਡਿਆ ਜਾਂਦਾ, ਠੀਕ ਹੈ। ਅਗਲੇ ਸਵਰ, ਵਿਚਲੇ ਸਵਰ ਤੇ ਪਿਛਲੇ ਸਵਰ। ਜਦੋਂ ਜੀਵ ਦਾ ਅਗਲਾ ਹਿੱਸਾ ਕਾਰਜਸ਼ੀਲ ਆ ਤਾਂ ਉਹ ਹੋ ਗਏ ਅਗਲੇ ਸਵਰ। ਕਿਹੜੇ ਕਿਹੜੇ? ਈ, ਏ, ਐ, ਠੀਕ ਹੈ। ਇਹ ਦੇਖੋ ਤੁਸੀਂ ਬੋਲ ਕੇ ਦੇਖ ਲਓ। ਜੀਵ ਉੱਪਰਲੀ ਜਿਹੜੀ ਜੀਵ ਦਾ ਮੋਹਰਲਾ ਹਿੱਸਾ ਹੈ, ਅਗਲਾ ਹਿੱਸਾ, ਉਹ ਹੀ ਜ਼ਿਆਦਾ ਮਤਲਬ ਐਕਟਿਵ ਆ ਇਹਦੇ ਵਿੱਚ। ਈ, ਏ, ਐ, ਠੀਕ ਹੈ। ਅੱਗੇ ਦੇਖੋ ਵਿਚਲੇ ਸਵਰ, ਜਿਹੜੀਆਂ ਸਵਰ ਧੁਨੀਆਂ ਮੂੰਹ ਪੋਲ ਦੇ ਵਿਚਕਾਰਲੇ ਹਿੱਸੇ ਵਿੱਚੋਂ ਉਚਾਰੀਆਂ ਜਾਂਦੀਆਂ ਹਨ ਉਹਨਾਂ ਨੂੰ ਅਸੀਂ ਕਹਿੰਦੇ ਵਿਚਲੇ ਸਵਰ, ਜਿੱਦਾਂ ਈ, ਊ, ਆ, ਠੀਕ ਹੈ। ਇਹ ਹੋ ਗਿਆ ਪਿਛਲੇ ਸਵਰ। ਜਿਹੜੀਆਂ ਸਵਰ ਧੁਨੀਆਂ ਦੇ ਉਚਾਰਨ ਸਮੇਂ ਜੀਵ ਦਾ ਪਿਛਲਾ ਭਾਗ ਕਾਰਜਸ਼ੀਲ ਹੁੰਦਾ ਹੈ, ਮਤਲਬ ਜੀਵ ਦਾ ਪਿਛਲਾ ਹਿੱਸਾ ਕਾਰਜਸ਼ੀਲ ਹੁੰਦਾ, ਉਹ ਕਿਹੜੀਆਂ? ਉਹ ਸਵਰ ਹੁੰਦੇ ਆ ਪਿਛਲੇ ਸਵਰ, ਮਤਲਬ ਊ, ਓ, ਔ। ਤੁਸੀਂ ਬੋਲ ਕੇ ਦੇਖ ਲੈਣਾ ਇਸ ਨੂੰ, ਠੀਕ ਹੈ। ਅੱਗੇ ਦੇਖੋ ਆ ਵੀ ਜੀਭ ਦੇ ਆਧਾਰ 'ਤੇ ਆ, ਪਰ ਇਹ ਜੀਭ ਦੀ ਉਚਾਈ ਦੇ ਆਧਾਰ 'ਤੇ ਆ, ਮਤਲਬ ਕਿਸੇ ਸਵਰ ਦੇ ਉਚਾਰਨ ਵੇਲੇ ਜੀਭ ਕਿੰਨੀ ਕੁ ਉੱਪਰ ਉੱਠਦੀ ਆ, ਕਿੰਨੀ ਕੁ ਨੀਚੇ ਜਾਂਦੀ ਆ, ਉਸ ਹਿਸਾਬ 'ਤੇ ਵੀ ਅਸੀਂ ਇਹਨਾਂ ਨੂੰ ਇਹਨਾਂ ਭਾਗਾਂ ਵਿੱਚ ਵੰਡਦੇ ਹਾਂ। ਦੇਖੋ ਉੱਚੇ ਸਵਰ ਤੇ ਨੀਵੇਂ ਸਵਰ, ਵਿੱਚੋਂ ਆ ਵੀ 2 ਟਾਈਪਸ ਯਾਦ ਰੱਖ ਲੈਣਾ, ਅੱਧ ਨੀਵੇਂ ਸਵਰ ਤੇ ਅੱਧ ਉੱਚੇ ਸਵਰ, ਠੀਕ ਹੈ। ਪਹਿਲਾਂ ਦੇਖੋ ਉੱਚੇ ਸਵਰ, ਈ, ਊ, ਬੰਦ ਸਵਰ ਵੀ ਕਹਿ ਦਿੰਦੇ ਆ, ਜਦੋਂ ਜੀਭ ਬਿਲਕੁਲ ਤਾਲੂ ਨਾਲ ਜਾ ਕੇ ਲੱਗ ਜਾਂਦੀ ਹੈ ਉੱਪਰ ਉੱਠ ਕੇ, ਠੀਕ ਹੈ। ਜਿਵੇਂ ਈ, ਊ, ਹੁਣ ਤੁਸੀਂ ਆਪ ਹੀ ਬੋਲ ਕੇ ਦੇਖ ਲਓ।
ਅੱਧ ਉੱਚੇ ਸਵਰ मतलब ਥੋੜਾ ਜਿਹਾ ਉੱਚੇ ਵੀ ਹੈ ਤੇ ਥੋੜਾ ਜਿਹਾ मतलब ਉੱਚੇ ਸਵਰਾਂ ਤੋਂ ਥੋੜਾ ਜਿਹਾ ਨੀਚੇ ਆ ਈ ਊ। ਅੱਧ ਨੀਵੇਂ ਸਵਰ ਏ ਆ ओ। ठीक है, नीवें स्वर देखो जिन्हों के उजारण वेले जीभ जी सधारण जी स्थिति में रहती है, ज़्यादा उपर नहीं उठती। यह है ए आ ओ। ठीक है, अगे बुल्लों के स्थिति के आधार पर साढ़े होंठ जोड़े ने उन्होंने आधार पर देखो किदा असी स्वरां नूं वंडदे दो भागों में वंडदे हाँ, गोल स्वर ते अगोल स्वर। असी हिंदी च करते ना वृत्ताकार ते अवृत्ताकार। जो गोल स्वर की जो उचारण वेले बोले साढ़े गोल हो जाते हैं। देखो ऊ ऊ ओ ओ। ठीक है, अगोल स्वर ई ए आ। ठीक है, ये हो गया अगोल स्वर। मात्रा मतलब मात्रा आप जानते ही हाँ कि धुनी नूं उचारण वेले कितना समा लगा उन्होंने असीं मात्रा कह रहे हैं। मात्रा के आधार पर लघु स्वर जे थोड़ा समा लगा तो लघु स्वर, तो ज़्यादा समा लगा तो दीर्घ स्वर। इन्हों असीं लघु स्वर नूं केंद्री स्वर भी कहने, दीर्घ स्वर नूं बाहरले स्वर भी कहने। हुण इत्थे नोट करना है ई ऊ आ, ये 3 स्वर लघु स्वर ने, बाकी सारे स्वर किहड़े ने दीर्घ स्वर ने। ई ए आ ओ ऊ। ठीक है, अगे देखो व्यंजन इत्थों ध्यान दे नाल समझ लेना। ठीक है, इत्थों 1 नंबर पक्का ही अपना ताकि देखो समझो पंजाबी व्यंजन। देखो व्यंजन देखो आप कन्फ्यूज़ हो जाने, ये उल्ट जीबी दंती कंठी ये सघोश घोश डकमे डकमे की चक्कर है सारा। पहला तो आप इनू इहदी जड़ नूं समझना कि ये जिहड़े व्यंजन हैं इन्हों भी 2 भागां च वंडिया जांदा। ठीक है, देखो 2 भागां च वंड के इन्हों समझिया जा सकता। एक तो उचारण स्थान ते मतलब व्यंजनों नूं किहड़े-किहड़े स्थान तो उचारिया जाए, किहड़े-किहड़े व्यंजन नूं किहड़े-किहड़े स्थान तो उचारिया जा रहा है। ढंग मतलब किस तरीके नाल उचारिया जा रहा, ये वखरा मैटर है। ठीक है, ये दोनों विषय अलग आ, इन्हों ध्यान नाल समझ लेना। हुण सब तो पहला आपां जो उचारण स्थान की गल आ गई, कंठी तालवी मूर्धनी जिन्होंने उल्ट जीबी भी कहते, दंती होठी सुरजंतरी, ये हैगे आ अपने उचारण स्थान के आधार पर। द कक्का खक्खा गग्गा अइयां। ठीक है, ये की है कंठी धुनियां है। ठीक है, ये नोट कर लेना कक्का खक्खा गग्गा ते इनू की कहते अइयां। ठीक है, अगे देखो तालवी चच्चा छच्छा जज्जा नैया शिशा। ठीक है ना, शिशा शलगम वाला। तो मूर्धनी उल्ट जीबी टैंका ठट्ठा डड्डा नणा अड़ाड़ा तो लल्ले पैर बिंदी ला। हुण इनू ध्यान नाल देख लेना, इहदा अगे भी दसदी आ, इहदा अगे की चक्कर आ। लल्ले पैर बिंदी ला बोले उल्ट जीबी आ मूर्धनी आ। ठीक है, दंती धुनी देखो दंती धुनियां किहड़ियां, इन्हां चों तत्ता धुनी पुछी सी टीटी सैकेंड पेपर च, तत्ते दा उचारण स्थान दंती। ठीक है, तत्ता थत्था दद्दा नन्ना रारा लल्ला सस्सा जज्जे पैर बिंदी जा वाला। ठीक है, ये की है दंती धुनियां आ। होठी धुनियां जो साडे बुल मिल जाते हैं आप आपस में मिलन लग जाते, पप्पा फुफा बब्बा मम्मा फुफे पैर बिंदी फा बोले। हा हा हैगी सुरजंतरी। ठीक है, ये नोट कर लेना। ये तो हो गया सीधा उचारण स्थान के आधार पर। इन्हों तुसीं कापी ते बना के देखना, फिर याद करना, फिर समझ लगेगा। ठीक है, उचार के देख लेना कि जिद्दां तुसीं आप ही देखो इतने कंठ नूं जीभ लग जाती, तालू नूं लगती, चच्चा बोलो माड़ा जा। ठीक है, इस तरह अगे देखो उचारण ढंग अनुसार डकमे ते अडकमे। डकमे व्यंजन 15 आ, किहड़े-किहड़े डकमे ते अडकमे किहड़े आ इत्थे ध्यान नाल देख लो, नोट करो। आ जिहड़ियां उपरलियां 3 लाइनां ना कक्का चिच्चा कक्का खक्खा गग्गा चिच्चा चिच्चा जज्जा टैंका ठट्ठा डड्डा तत्ता तत्ता दद्दा पप्पा फप्पा बब्बा हा हा, ये सारे डकमे व्यंजन आ। इन्हां नूं अनादी व्यंजन भी कहते हैं। ठीक है, इत्थे चलो ईटीटी वाले ज़्यादा ना फोकस करन। ठीक है, डकमे व्यंजन भी इनू कह देंगे, अनादी व्यंजन भी कह देंगे, इन्हों अघोष व्यंजन भी कह देंगे। ठीक है, अघोष व्यंजन। ठीक है, आ भी नाल ही नोट करो। ठीक है, ध्यान दे नाल नोट कर लेना इन्हों। 1 मिनट उपरों देखो। हाँ ठीक है, कक्का खक्खा गग्गा अइयां ये भी लाइन में पाउणी है। ठीक है, ये नहीं गग्गे तक। हाँ, इत्थों तक जिहड़ा है डकमे व्यंजन है। अगे हैगे आ सारे बाकी दे की आ ये अडकमे व्यंजन, जिन्होंने मतलब जो जिन्हां व्यंजनों नूं डक लिया जाता, जो इन्हां दा उचारण किया जाता, कोई ना कोई चीज़ डक लैंदी है, कोई ना कोई उचारण स्थान तो कोई ना कोई उचारण अंग डक लैंदा है। ठीक है, ये हो गया डकमे व्यंजन कक्का खक्खा गग्गा, ये सारे देख लेना, तुसीं नोट कर लेना, बस मेन ये नोट करना हा हा सुरजंतरी आ। ठीक है, तो अगे है हाँ नादी व्यंजन। हुण नादी व्यंजन ध्यान नाल देख लो।
ਨਾਦੀ ਵਿਅੰਜਨ ਕਿਹੜੇ ਕਿਹੜੇ? ਗੱਗਾ, ਜਿੱਜਾ, ਡੱਡਾ, ਦੱਦਾ, ਬੱਬਾ। ਬਸ ਇਹ 5 ਨੋਟ ਧਿਆਨ ਨਾਲ ਕਰ ਲੈਣਾ। ਇਹ ਨਾਦੀ ਵਿਅੰਜਨ, ਇਹਨਾਂ ਨੂੰ ਸਗੋਸ਼ ਵਿਅੰਜਨ ਵੀ ਕਹਿੰਦੇ ਆ, ਉੱਪਰਲਿਆਂ ਨੂੰ ਅਗੋਸ਼ ਵਿਅੰਜਨ ਵੀ ਕਹਿੰਦੇ ਆ। ਠੀਕ ਹੈ, ਇਹ ਨੋਟ ਕਰ ਲੈਣਾ। ਅੱਗੇ ਹੈ ਮਹਾਪ੍ਰਾਣ ਤੇ ਅਲਪ ਪ੍ਰਾਣ। ਸਾਹ ਦੀ ਮਾਤਰਾ, ਮਤਲਬ ਸਾਹ ਦੀ ਕਿੰਨੀ ਕੁ ਮਾਤਰਾ ਲੱਗਦੀ ਹੈ ਕਿਸੇ ਵਿਅੰਜਨ ਧੁਨੀ ਨੂੰ ਉਚਾਰਨ ਵੇਲੇ, ਉਹਦੇ ਆਧਾਰ ਤੇ ਦੇਖੋ ਖੱਖਾ, ਸ਼ਿਸ਼ਾ, ਠੱਠਾ, ਥੱਥਾ, ਫੱਫਾ, ਇਹ ਹੈਗੀ ਮਹਾਪ੍ਰਾਣ। ਇੱਥੇ ਦੇਖੋ ਉੱਪਰ ਖੱਖੇ ਵਾਲੀ ਲਾਈਨ ਦੇਖੋ, ਹਾਂ ਇਹ ਕੀ ਆ? ਖੱਖਾ, ਸ਼ਿਸ਼ਾ, ਠੱਠਾ, ਥੱਥਾ, ਫੱਫਾ, ਇਹ 5 ਮਹਾਪ੍ਰਾਣ ਧੁਨੀਆਂ ਪੰਜਾਬੀ ਦੇ ਵਿੱਚ। ਅੱਗੇ ਦੇਖੋ ਕੀ ਆ? ਉਹ ਬਾਕੀ ਉੱਪਰ ਇਹ ਵਿਚਕਾਰੋਂ ਛੱਡ ਦੇਣਾ, ਆ ਦੇਖੋ ਆ ਵਿਚਕਾਰਲੀ ਲਾਈਨ ਛੱਡ ਦੇਣੀ। ਅੱਗੇ ਦੇਖੋ ਕੱਕਾ, ਗੱਗਾ, ਚਿੱਚਾ, ਜਿੱਜਾ, ਟੈਂਕਾ, ਡੱਡਾ, ਤੱਤਾ, ਦੱਦਾ, ਪੱਪਾ, ਬੱਬਾ, ਇਹ ਕੀ ਆ? ਇਹ ਹੈ ਆਪਣਾ ਅਲਪ ਪ੍ਰਾਣ। ਇਹਨਾਂ ਨੂੰ ਨੋਟ ਕਰ ਲੈਣਾ ਧਿਆਨ ਨਾਲ। ਅੱਗੇ ਦੇਖੋ ਆ ਮੇਨ ਜਿਹੜੀਆਂ ਗੱਲਾਂ ਸਮਝਣ ਵਾਲੀਆਂ ਹੈ। ਹਾਂ, ਨਾਸਕੀ ਵਿਅੰਜਨ। ਨਾਸਕੀ ਵਿਅੰਜਨ 5 ਆ, ਤੁਸੀਂ ਸਾਰੇ ਜਾਣਦੇ ਹੋ। ਤੇ ਨਾਸਕੀ ਵਿਅੰਜਨਾਂ ਨੂੰ ਨਾਲ ਨਾਲ ਇਹ ਵੀ ਨੋਟ ਕਰ ਲੈਣਾ ਕਿ ਨਾਸਕੀ ਵਿਅੰਜਨ ਕੀ ਆ। ਆ ਦੇਖੋ ਕਿਹੜਾ ਕਿਹੜਾ ਨਾਸਕੀ ਵਿਅੰਜਨ ਕੀ ਆ। ਠੀਕ ਹੈ, ਨੰਨਾ ਕੀ ਆ? ਦੰਤੀ ਆ। ਮੰਮਾ ਕੀ ਆ? ਹੋਠੀ ਆ। ਨਾਣਾ ਮੂਰਧਨੀ ਆ, ਉਲਟ ਜੀਬੀ ਆ। ਤੇ ਨਈਆਂ ਤੇ ਅਈਆਂ, ਅਈਆਂ ਜਿਹੜਾ ਤਾਲਵੀ ਆ, ਨਈਆਂ ਜਿਹੜਾ ਹੈ ਉਹ ਕੰਠੀ ਆ। ਇਹ ਨਾਲ ਨੋਟ ਕਰ ਲੈਣਾ। ਅੱਗੇ ਦੇਖੋ ਇੱਥੇ ਕੀ ਕਨਫਿਊਜ਼ਨ ਹੁੰਦੀ ਹੈ ਜਦੋਂ ਕੁਇਜ਼ ਦੇ ਵਿੱਚ ਅਸੀਂ ਕੁਇਜ਼ ਕਰਦੇ ਹਾਂ, ਤਾਂ ਇੱਥੇ ਬੜੀ ਡਿਸਕਸ਼ਨ ਹੁੰਦੀ ਆ। ਪਾਸੇਦਾਰ ਵਿਅੰਜਨ, ਲੱਲਾ ਤੇ ਲੱਲੇ ਪੈਰ ਬਿੰਦੀ ਲਾ ਬੋਲੇ ਵਾਲਾ, ਇਹ ਦੋਨੋਂ ਹੀ ਪਾਸੇਦਾਰ ਵਿਅੰਜਨ ਹੈ। ਪੰਜਾਬੀ 'ਚ 2 ਪਾਸੇਦਾਰ ਵਿਅੰਜਨ ਧੁਨੀਆਂ। ਜਦੋਂ ਲੱਲੇ ਪੈਰ ਬਿੰਦੀ ਦੀ ਗੱਲ ਆ ਜਾਂਦੀ, ਇਹ ਪਾਸੇਦਾਰ ਵਿਅੰਜਨ ਵੀ ਆ। ਤਾਂ ਇਹ ਕੀ ਆ? ਆਪਾਂ ਉੱਪਰ ਪੜ੍ਹ ਕੇ ਆਏ ਸੀ, ਇਹ ਮੂਰਧਨੀ ਵੀ ਆ। ਠੀਕ ਹੈ, ਉਲਟ ਜੀਬੀ ਵੀ ਆ। ਅੱਗੇ ਦੇਖੋ ਅੱਗੇ ਕੀ ਹੈ? ਕਾਂਬਵਾ ਵਿਅੰਜਨ ਕਿਹੜਾ ਹੈ? ਕਾਂਬਵਾ ਵਿਅੰਜਨ ਕਿਹੜਾ? ਰਾਰਾ ਹੈ। ਰਾਰਾ ਬੋਲ ਕੇ ਦੇਖੋ ਜੀਭ ਕੰਬਦੀ ਜੀ ਆ। ਫਟਕਵਾਂ ਵਿਅੰਜਨ ਰਾੜਾ, ਫਟਕਵਾਂ ਵਿਅੰਜਨ। ਠੀਕ ਹੈ, ਤੇ ਖੈਵੇਂ ਵਿਅੰਜਨ ਸੱਸਾ, ਸ਼ੱਸ਼ਾ, ਸ਼ਲਗਮ ਵਾਲਾ, ਹਾ, ਇਹਨਾਂ ਨੂੰ ਊਸਮ ਵਿਅੰਜਨ ਵੀ ਕਹਿੰਦੇ ਆ। ਅੱਗੇ ਦੇਖੋ ਜਿਹੜੀਆਂ ਧੁਨੀਆਂ ਆਪਾਂ ਵਿੱਚ ਉੱਥੇ ਐਡ ਨਹੀਂ ਸੀ ਨਾ ਕੀਤੀਆਂ, ਘੱਗਾ, ਝੱਜਾ, ਢੱਡਾ, ਧੱਦਾ, ਭੱਬਾ, ਇਹ ਧੁਨੀਆਂ ਨਹੀਂ ਇਹਨਾਂ ਧੁਨੀਆਂ ਦੀ ਥਾਂ ਤੇ ਇਹਨਾਂ ਦੀ ਸੁਰ ਉਚਾਰੀ ਜਾਂਦੀ ਆ। ਠੀਕ ਹੈ, ਜਦੋਂ ਅਸੀਂ ਕੰਗਾ ਬੋਲਦੇ ਹਾਂ ਇਹ ਸੁਰ ਉਚਾਰੀ ਜਾਂਦੀ ਹੈ, ਧੁਨੀਆਂ ਨੂੰ ਨਹੀਂ ਲਿਖਿਆ ਜਾਂਦਾ। ਹਾਂ, 10 ਸਵਾਰਿਆ, 2 ਅਰਧ ਸਵਾਰਿਆ। ਪੇਪਰ 'ਚ ਸਵਾਲ ਆਇਆ ਸੀ ਕਿੰਨੇ ਅਰਧ ਸਵਾਰਿਆ? 2 ਸਵਾਰਿਆ। 29 ਜਿਹੜੇ ਆ ਇਹ ਕੀ ਆ? ਸ਼ੁੱਧ ਵਿਅੰਜਨ ਆ। ਠੀਕ ਹੈ ਜੀ, ਠੀਕ ਹੈ ਜੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਉਮੀਦ ਹੈ ਕਿ ਥੋੜ੍ਹਾ ਬਹੁਤਾ ਸਮਝ ਜ਼ਰੂਰ ਲੱਗਿਆ ਹੋਊਗਾ, ਪੂਰਾ ਹੀ ਲੱਗਣਾ ਚਾਹੀਦਾ। 2 ਵਾਰੀ ਵੀਡੀਓ ਨੂੰ ਸੁਣ ਲੈਣਾ ਧਿਆਨ ਦੇ ਨਾਲ ਤੇ ਇਹਨਾਂ ਨੂੰ ਨੋਟ ਕਰ ਲੈਣਾ। ਠੀਕ ਹੈ, ਚੰਗੀ ਤਰ੍ਹਾਂ। ਤੇ ਆ ਉਲਟ ਜੀਬੀ ਵਾਲਾ ਜਿਹੜਾ ਲੱਲੇ ਪੈਰ ਬਿੰਦੀ ਵਾਲਾ ਚੱਕਰ ਸੀ, ਇਹ ਵੀ ਹੁਣ ਸਮਝ ਆ ਗਿਆ ਹੋਵੇਗਾ। ਤਾਂ ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।